Hello everyone, welcome back in the lecture series of Abstract Algebra. ਇਸ ਤੋਂ ਪ੍ਰੀਵੀਅਸ ਲੈਕਚਰਸ ਦੇ ਵਿੱਚ ਅਸੀਂ ਗਰੁੱਪ ਦੀ ਡੈਫੀਨੇਸ਼ਨ, ਸਬ ਗਰੁੱਪ ਦੀ ਡੈਫੀਨੇਸ਼ਨ, ਈਵਨ ਇੰਪੋਰਟੈਂਟ ਲੈਮਾਸ ਐਂਡ ਥਿਓਰਮਸ ਨੇ ਜਿਹੜੀਆਂ ਉਹ ਡਿਸਕਸ ਕਰ ਚੁੱਕੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਗੇਨ ਇੱਕ ਨਿਊ ਥਿਓਰਮ ਕਹਿ ਸਕਦੇ ਹਾਂ ਤੇ ਇੰਪੋਰਟੈਂਟ, ਕਿਉਂਕਿ ਇਹ ਸ਼ਾਰਟ ਨੋਟ ਦੇ ਲਈ ਮੈਂ ਸਿਰਫ ਇਸ ਲੈਕਚਰ ਸੀਰੀਜ਼ ਦੇ ਵਿੱਚ ਜ਼ਿਆਦਾਤਰ ਉਹ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ, ਈਵਨ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਨਾਲ ਅੰਡਰਸਟੈਂਡਿੰਗ ਦੇ ਅਕੋਰਡਿੰਗ ਵੀ ਇੰਪੋਰਟੈਂਟ ਨੇ। ਮਤਲਬ ਕਾਫੀ ਥਿਓਰਮ ਸਾਨੂੰ ਦਿੱਤੀਆਂ ਹੁੰਦੀਆਂ ਨੇ, ਬਟ ਜਦੋਂ ਅਸੀਂ ਇਹ ਜਿਹੜੀਆਂ ਇਹ ਮੇਨ ਥਿਓਰਮਸ ਨੂੰ ਕਰ ਲੈਂਦੇ ਹਾਂ ਤਾਂ ਉਹਨਾਂ ਨੂੰ ਸੋਲਵ ਕਰਨਾ ਸਾਡੇ ਲਈ ਈਜ਼ੀ ਹੋ ਜਾਂਦਾ। ਇਹ ਜਿਹੜੇ ਰਿਜ਼ਲਟ ਨੇ ਲੌਂਗ ਦੇ ਵਿੱਚ, ਜਿਵੇਂ ਹੁਣ ਸਾਡਾ ਜਿਹੜਾ ਪੇਪਰ ਪੈਟਰਨ ਆ ਉਹਦੇ ਵਿੱਚ ਸਾਡੇ ਕੋਲ ਏ ਅਤੇ ਬੀ ਸੈਕਸ਼ਨ ਆ, ਉਹਦੇ ਵਿੱਚ ਦੋ ਲੌਂਗ ਕੁਐਸਚਨ ਆਉਂਦੇ ਆ। ਤਾਂ ਜ਼ਰੂਰੀ ਨਹੀਂ ਕਿ ਲੌਂਗ ਕੁਐਸਚਨ ਇਕੱਲਾ ਸਿੰਗਲ ਹੀ ਹੋਵੇ, ਉਹਦੇ ਵਿੱਚ ਏ ਅਤੇ ਬੀ ਪਾਰਟ ਬਣਾ ਕੇ ਵੀ ਦਿੱਤੇ ਹੁੰਦੇ ਆ। ਅਤੇ ਏ ਬੀ ਵੀ ਜ਼ਰੂਰੀ ਨਹੀਂ ਕਿ ਇੱਕੋ ਚੈਪਟਰ 'ਚ ਹੋਣ। ਇਹ ਹੋ ਸਕਦਾ ਇੱਕ ਕੁਐਸਚਨ ਕਿਸੇ ਹੋਰ ਚੈਪਟਰ 'ਚ ਹੋਵੇ, ਦੂਸਰਾ ਕੁਐਸਚਨ ਕਿਸੇ ਹੋਰ ਚੈਪਟਰ 'ਚ ਹੋਵੇ। ਤਾਂ ਇਹੋ ਜਿਹੇ ਦੇ ਵਿੱਚ ਸਾਨੂੰ ਜਿਹੜੇ ਆ ਸਮੋਲ ਰਿਜ਼ਲਟ ਨੇ, ਜਿਵੇਂ ਹੁਣ ਆ ਸਮੋਲ ਥਿਓਰਮਸ ਹੋ ਗਈਆਂ, ਇਹ ਕਈ ਵਾਰੀ ਏ ਬੀ ਪਾਰਟ ਬਣਾ ਕੇ ਜਿਹੜੀਆਂ ਉਹ ਮਿਲਦੀਆਂ ਨੇਗੀਆਂ। ਤਾਂ ਇਸ ਦੇ ਵਿੱਚ ਅਸੀਂ ਇਹ ਇੱਕ ਇੰਪੋਰਟੈਂਟ ਰਿਜ਼ਲਟ ਜੋ ਕਰ ਰਹੇ ਹਾਂ, ਪਲੱਸ ਇਹਦੇ ਨਾਲ ਜਿਹੜਾ ਰਿਮਾਰਕ ਜੁੜਿਆ ਹੋਇਆ ਉਹ ਸ਼ਾਰਟ ਨੋਟ ਦੇ ਲਈ ਬਹੁਤ ਇੰਪੋਰਟੈਂਟ ਆ। ਬਹੁਤ ਬਾਰ ਇਹ ਜਿਹੜਾ ਰਿਪੀਟ ਹੋਇਆ ਉਹ ਰਿਮਾਰਕ ਆ। ਪਹਿਲਾਂ ਸਟੇਟਮੈਂਟ ਪੜ੍ਹਦੇ ਹਾਂ, ਫਿਰ ਰਿਮਾਰਕ ਵੀ ਦੱਸਾਂਗੀ ਕਿ ਉਹਦਾ ਸਟੇਟਮੈਂਟ ਕੀ ਆ। ਥਿਓਰਮ ਆ ਜੀ, ਪ੍ਰੂਵ ਦੈਟ ਇੰਟਰਸੈਕਸ਼ਨ ਆਫ ਐਨੀ ਟੂ ਸਬ ਗਰੁੱਪ ਇਜ਼ ਅਗੇਨ ਅ ਸਬ ਗਰੁੱਪ ਆਫ ਅ ਗਰੁੱਪ। ਕਹਿੰਦੇ ਜੇਕਰ ਸਾਡੇ ਕੋਲ ਕੋਈ ਦੋ ਸਬ ਗਰੁੱਪ ਨੇ, ਇਫ ਐਚ ਐਂਡ ਕੇ ਆਰ ਦ ਟੂ ਸਬ ਗਰੁੱਪਸ ਆਫ ਐਨੀ ਗਰੁੱਪ ਜੀ, ਦੈਨ ਜੇ ਅਸੀਂ ਇਹਨਾਂ ਦੀ ਇੰਟਰਸੈਕਸ਼ਨ ਕਰਾਂਗੇ ਤਾਂ ਵੀ ਉਹ ਇੱਕ ਕੀ ਹੋਏਗਾ, ਸਬ ਗਰੁੱਪ ਹੋਏਗਾ। ਇਹ ਚੀਜ਼ ਅਸੀਂ ਨੇ ਪ੍ਰੂਵ ਕਰਨੀ ਆ। ਦੇਖੋ ਹੁਣ ਜੇ ਇਹੋ ਜਿਹੇ ਇੰਟਰਸੈਕਸ਼ਨ ਵਾਲਾ ਕੁਐਸਚਨ ਆ ਤਾਂ ਯੂਨੀਅਨ ਵਾਲਾ ਵੀ ਹੋਏਗਾ, ਅਤੇ ਯੂਨੀਅਨ ਹੋਊਗਾ ਫਿਰ ਦੇਖਾਂਗੇ ਕਿ ਉਹ ਵੀ ਸਾਡੇ ਕੋਲ ਸਬ ਗਰੁੱਪ ਹੁੰਦਾ ਜ਼ਰੂਰੀ ਆ ਜਾਂ ਨਹੀਂ ਹੁੰਦਾ, ਤਾਂ ਕਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ। ਸੋ ਇਹ ਇੱਕ ਦੂਸਰੇ ਨਾਲ ਲਿੰਕ ਕਰ ਜਾਣਗੇ, ਤਾਂ ਕਰਕੇ ਇੰਪੋਰਟੈਂਟ ਹੋ ਜਾਂਦਾ ਸਾਡੇ ਲਈ ਇਹਨੂੰ ਸਮਝਣਾ। ਦੇਖੋ ਕਿ ਅਗੇਨ ਦੇਖੀਏ, ਕਹਿੰਦਾ ਪਹਿਲਾਂ ਤਾਂ ਸਾਨੂੰ ਸਬ ਗਰੁੱਪ ਦੀ ਡੈਫੀਨੇਸ਼ਨ ਕਲੀਅਰ ਹੋਣੀ ਚਾਹੀਦੀ ਹੈ ਕਿ ਸਬ ਗਰੁੱਪ ਕੀ ਹੁੰਦਾ, ਕਿਉਂਕਿ ਬੱਚੇ ਜੇ ਸਬ ਗਰੁੱਪ ਪਤਾ ਹੋਊਗਾ ਤਾਂ ਹੀ ਤਾਂ ਅਸੀਂ ਉਹਨੂੰ ਪ੍ਰੂਫ ਕਰਾਵਾਂਗੇ ਕਿ ਦੋ ਦੀ ਇੰਟਰਸੈਕਸ਼ਨ ਹੈ ਤਾਂ ਸਬ ਗਰੁੱਪ ਹੋਊਗੀ ਕਦੋਂ। ਦੇਖੋ ਇਸ ਤੋਂ ਪਹਿਲਾਂ ਅਸੀਂ ਦੋ ਲੈਮਾਸ ਕੀਤੇ ਨੇ, ਲੈਮਾ 1 ਐਂਡ ਲੈਮਾ 2। ਇਸ ਤੋਂ ਪ੍ਰੀਵੀਅਸ ਜੇ ਨਹੀਂ ਕਿਸੇ ਨੇ ਚੈੱਕ ਕੀਤੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ, ਲੈਮਾ 1 ਐਂਡ ਲੈਮਾ 2, ਜਿਹਦੇ ਵਿੱਚ ਅਸੀਂ ਦੇਖਿਆ ਕਿ ਕੋਈ ਸੈੱਟ ਕਿਸੇ ਗਰੁੱਪ ਦਾ ਸਬ ਗਰੁੱਪ ਕਦੋਂ ਬਣਦਾ। ਪਹਿਲਾ ਜਿਹੜਾ ਲੈਮਾ ਸੀ ਉਹਦੇ ਵਿੱਚ ਦੋ ਪ੍ਰੋਪਰਟੀ ਸੀਗੀਆਂ। ਕਹਿੰਦੇ ਜੇਕਰ ਏ ਅਤੇ ਬੀ ਦੋ ਐਲੀਮੈਂਟ ਨੇ, ਦੋਹਾਂ ਦੀ ਪ੍ਰੋਡਕਟ ਵੀ ਐਚ ਦੇ ਵਿੱਚ ਹੋਵੇ, ਦੈਨ ਉਹ ਸਬ ਗਰੁੱਪ ਹੋ ਜਾਂਦਾ। ਸੈਕਿੰਡ ਇਹਦੀ ਕੰਡੀਸ਼ਨ ਸੀ ਕਿ ਹਰ ਐਲੀਮੈਂਟ ਜੋ ਐਚ ਦੇ ਵਿੱਚ ਆ ਉਹਦਾ ਇਨਵਰਸ ਵੀ ਉਹਦੇ ਨੂੰ ਬਿਲੋਂਗ ਕਰਨਾ ਚਾਹੀਦਾ। ਅਤੇ ਸੈਕਿੰਡ ਜਿਹੜਾ ਲੈਮਾ ਸੀਗਾ ਉਹਦਾ ਰਿਜ਼ਲਟ ਕੀ ਸੀਗਾ, ਇੱਕ ਹੀ ਪ੍ਰੋਪਰਟੀ ਸੀ। ਕਹਿੰਦੇ ਜੇ ਏ ਬੀ ਦਾ ਇਨਵਰਸ ਕਿਹਨੂੰ ਬਿਲੋਂਗ ਕਰ ਜਾਵੇ, ਉਸ ਸਬਸੈਟ ਨੂੰ ਬਿਲੋਂਗ ਕਰ ਜਾਵੇ, ਦੈਨ ਉਹ ਕੀ ਹੋ ਜਾਂਦਾ, ਸਬ ਗਰੁੱਪ ਬਣ ਜਾਂਦਾ। ਇਹਨਾਂ ਦੋਨਾਂ ਲੈਮਾਸ ਦੇ ਵਿੱਚੋਂ ਤੁਸੀਂ ਜਿਹੜਾ ਮਰਜ਼ੀ ਲੈਮਾ ਯੂਜ਼ ਕਰਕੇ ਇਹ ਪ੍ਰੂਵ ਕਰ ਸਕਦੇ ਹੋ ਕਿ ਐਚ ਇੰਟਰਸੈਕਸ਼ਨ ਕੇ ਵੀ ਕੀ ਹੋਏਗਾ, ਸਬ ਗਰੁੱਪ ਹੋਏਗਾ। ਦੇਖੋ ਅਗੇਨ ਅਸੀਂ ਸਬ ਗਰੁੱਪ ਤਾਂ ਉਹਨੂੰ ਕਹਿੰਦੇ ਹਾਂ ਜੋ ਗਰੁੱਪ ਇਟ ਸੈਲਫ ਹੋਵੇ, ਮਤਲਬ ਇਟ ਸੈਲਫ ਗਰੁੱਪ ਚਾਰ ਪ੍ਰੋਪਰਟੀਜ਼ ਗਰੁੱਪ ਦੀਆਂ ਫੋਲੋ ਕਰਦਾ ਹੋਵੇ ਜਾਂ ਸੈਟਿਸਫਾਈ ਕਰਦਾ ਹੋਵੇ, ਕਲੋਜ਼ਰ, ਆਈਸੋਸੇਟਿਵ, ਆਈਡੈਂਟਿਟੀ ਅਤੇ ਇਨਵਰਸ। ਬਟ ਬਾਰ ਅਸੀਂ ਸੇਮ ਚੀਜ਼ ਕਰਾਉਣ ਦੇ ਨਾਲੋਂ ਇੱਕ ਜਾਂ ਤਾਂ ਦੋ ਕੰਡੀਸ਼ਨਸ ਪ੍ਰੂਵ ਕਰਾ ਦਿਓ, ਜਾਂ ਫਿਰ ਸੈਕਿੰਡ ਲੈਮਾ ਦੇ ਅਕੋਰਡਿੰਗ ਇੱਕ ਕੰਡੀਸ਼ਨ ਪ੍ਰੂਵ ਕਰਾ ਦਿਓ, ਉਹਦੇ ਨਾਲ ਵੀ ਅਸੀਂ ਕੀ ਪ੍ਰੂਵ ਕਰ ਸਕਦੇ ਹਾਂ, ਸਬ ਗਰੁੱਪ। ਸੋ ਇਹ ਸੀਗਾ ਜੀ ਸਾਡਾ ਰੋਡ ਮੈਪ ਕਿ ਕਿਸ ਤਰ੍ਹਾਂ ਅਸੀਂ ਪ੍ਰੂਵ ਕਰਾਉਣਾ। ਹੁਣ ਆ ਜਾਂਦੇ ਹਾਂ ਕਿ ਕਿਸ ਕਰਨਾ ਕੀ ਆ। ਦੇਖੋ ਕੀ ਦਿੱਤਾ ਹੋਇਆ, ਕਹਿੰਦਾ ਗਿਵਨ ਐਚ ਐਂਡ ਕੇ ਬੀ ਦ ਟੂ ਸਬ ਗਰੁੱਪ ਆਫ ਅ ਜੀ। ਸਾਨੂੰ ਜੋ ਸਟੇਟਮੈਂਟ 'ਚ ਗਿਵਨ ਸੀ ਉਹੀ ਲਿਖਿਆ। ਜੇ ਐਚ ਅਤੇ ਕੇ ਸਬਸੈਟਸ ਨੇ, ਦੈਨ ਹੁਣ ਪਹਿਲਾਂ ਦੇਖੋ ਸਬ ਗਰੁੱਪ ਦੀ ਕੰਡੀਸ਼ਨ ਕਿ ਕੋਈ ਵੀ ਸਬ ਗਰੁੱਪ ਤਾਂ ਹੁੰਦਾ ਪਹਿਲਾਂ ਉਹ ਸਬਸੈਟ ਹੋਣਾ ਚਾਹੀਦਾ। ਹੁਣ ਪ੍ਰੂਫ ਕਿਹਨੂੰ ਕਰਾ ਰਹੇ ਆ, ਸਬ ਗਰੁੱਪ ਐਚ ਇੰਟਰਸੈਕਸ਼ਨ ਕੇ ਨੂੰ ਪ੍ਰੂਫ ਕਰਾਉਣਾ ਕਿ ਸਬ ਗਰੁੱਪ ਆ। ਜੇ ਸਬ ਗਰੁੱਪ ਪ੍ਰੂਫ ਕਰਾਉਣਾ ਤਾਂ ਪਹਿਲਾਂ ਕੀ ਪ੍ਰੂਫ ਕਰਾਉਣਾ ਪਏਗਾ, ਸਬਸੈਟ ਹੈਗਾ ਜਾਂ ਨਹੀਂ। ਇਫ ਐਚ ਐਂਡ ਕੇ ਆਰ ਦਾ ਸਬਸੈਟਸ ਆਫ ਜੀ। ਹੁਣ ਦੇਖੋ ਜਦੋਂ ਕੋਈ ਦੋ ਸੈੱਟ ਨੇ ਤਾਂ ਉਹਨਾਂ ਦੀ ਇੰਟਰਸੈਕਸ਼ਨ ਵੀ ਸਬਸੈਟ ਹੁੰਦੀ ਆ ਬੱਚੇ, ਅਤੇ ਜੀ 'ਚ ਜਿਹਦੇ ਵਿੱਚ ਉਹ ਮੇਨ ਅਪਰ ਸੈੱਟ ਨੇ। ਜਿਵੇਂ ਹੁਣ ਮੈਂ ਕਹਾਂ ਆਹ ਜੀ ਸੀਗਾ, ਜੀ 'ਚ ਇੱਕ ਐਚ ਪਿਆ ਅਤੇ ਇੱਕ ਕੇ ਪਿਆ, ਦੈਨ ਦੋਹਾਂ ਦੀ ਜਿਹੜਾ ਇੰਟਰਸੈਕਸ਼ਨ ਪੋਰਸ਼ਨ ਹੋਊਗਾ, ਮੰਨ ਲਓ ਮੈਂ ਡਿਫਰ ਕਰਤੇ ਸੌਰੀ, ਆ ਇੱਕ ਐਚ ਆ ਅਤੇ ਇੱਕ ਕੇ ਆ, ਦੈਨ ਇਹਦਾ ਜਿਹੜਾ ਇੰਟਰਸੈਕਸ਼ਨ ਪੋਰਸ਼ਨ ਹੋਊਗਾ ਉਹ ਵੀ ਤਾਂ ਜੀ ਦੇ ਵਿੱਚ ਹੀ ਪਿਆ। ਇੰਟਰਸੈਕਸ਼ਨ ਕਿਤੇ ਬਾਹਰ ਤਾਂ ਨਹੀਂ ਜਾਏਗੀ। ਜੇਕਰ ਐਚ ਅਤੇ ਕੇ ਉਹਦੇ ਵਿੱਚ ਕੰਟੇਨ ਕਰ ਰਿਹਾ ਸੀ ਤਾਂ ਇੰਟਰਸੈਕਸ਼ਨ ਵੀ ਸਬਸੈਟ ਹੋਏਗੀ ਕਿਹਦਾ, ਜੀ ਦਾ। ਹੁਣ ਆ ਜੋ ਅਸੀਂ ਲੈਮਾ ਸੈਕਿੰਡ ਯੂਜ਼ ਕਰ ਰਹੇ ਹਾਂ। ਲੈਮਾ ਸੈਕਿੰਡ ਦਾ ਰਿਜ਼ਲਟ ਕੀ ਆ, ਕਹਿੰਦੇ ਸਬਸੈਟ ਤੱਕ ਠੀਕ ਆ। ਹੁਣ ਇਹਦੇ ਵਿੱਚੋਂ ਕੋਈ ਦੋ ਐਲੀਮੈਂਟ ਲੈਣੇ ਨੇ ਸੱਚ ਦੈਟ ਕਿ ਪਹਿਲਾ ਐਲੀਮੈਂਟ ਅਤੇ ਦੂਸਰੇ ਦਾ ਇਨਵਰਸ ਉਹਦੇ ਵਿੱਚ ਹੀ ਬਿਲੋਂਗ ਕਰ ਜਾਵੇ, ਦੈਨ ਉਹ ਕੀ ਹੋ ਜਾਊਗਾ, ਸਾਡੇ ਕੋਲ ਸਬ ਗਰੁੱਪ ਹੋ ਜਾਊਗਾ। ਦੈਨ ਅਸੀਂ ਹੁਣ ਕੋਈ ਦੋ ਐਲੀਮੈਂਟਸ ਲੈ ਐਚ ਇੰਟਰਸੈਕਸ਼ਨ ਕੇ ਦੇ, ਦੈਨ ਅਸੀਂ ਉਹਨੂੰ ਪ੍ਰੂਫ ਕਰਾਵਾਂਗੇ ਕਿ ਹਾਂਜੀ ਇਹ ਹੈਗਾ ਜਾਂ ਨਹੀਂ ਸਬਸੈਟ।
ਲੈਟ ਕੀਤਾ, ਕਹਿੰਦਾ ਐਕਸ ਵਾਈ ਬਿਲੋਂਗਸ ਟੂ ਐਚ ਇੰਟਰਸੈਕਸ਼ਨ ਕੇ। ਦੇਖੋ ਜੇ ਇੰਟਰਸੈਕਸ਼ਨ 'ਚ ਨੇ ਡੈਫੀਨੇਸ਼ਨ ਕੀ ਕਹਿੰਦੀ ਆ, ਕੱਲੇ ਕੱਲੇ ਦੇ ਵਿੱਚ ਵੀ ਹੋਣਗੇ ਕਿਉਂਕਿ ਇੰਟਰਸੈਕਸ਼ਨ ਕੀ ਹੁੰਦਾ, ਕਾਮਨ ਪੋਰਸ਼ਨ। ਤਾਂ ਐਕਸ ਕਿਹਨੂੰ ਬਿਲੋਂਗ ਕਰੇਗਾ, ਐਚ ਨੂੰ ਵੀ, ਅਤੇ ਵਾਈ ਕਿਹਨੂੰ ਬਿਲੋਂਗ ਕਰੇਗਾ, ਕੇ। ਐਂਡ ਐਕਸ ਕਿਹਨੂੰ ਬਿਲੋਂਗ ਕਰੇਗਾ, ਕੇ ਨੂੰ ਵੀ, ਅਤੇ ਵਾਈ ਕਿਹਨੂੰ ਬਿਲੋਂਗ ਕਰੇਗਾ, ਐਚ ਨੂੰ ਵੀ। ਮੀਨਸ ਟੂ ਸੇ ਕਿ ਦੋਨੋਂ ਐਲੀਮੈਂਟ ਐਚ ਅਤੇ ਕੇ ਦੇ ਵਿੱਚ ਬਿਲੋਂਗ ਕਰਦੇ ਆ। ਹੁਣ ਦੇਖੋ ਜੇਕਰ ਐਕਸ ਐਚ ਨੂੰ ਬਿਲੋਂਗ ਕਰਦਾ, ਇੱਧਰੋਂ ਵਾਈ ਵੀ ਐਚ ਅਤੇ ਕੇ ਦੋਨਾਂ ਨੂੰ ਬਿਲੋਂਗ ਕਰਦਾ, ਐਚ ਅਤੇ ਕੇ ਆਪਣੇ ਆਪ ਦੇ ਵਿੱਚ ਕੀ ਨੇ, ਦੋਨੋਂ ਸਬ ਗਰੁੱਪ ਨੇ। ਇਹ ਤਾਂ ਦਿੱਤਾ ਹੋਇਆ ਜੀ ਐਚ ਅਤੇ ਕੇ ਦੋਨੋਂ ਸਬ ਗਰੁੱਪਸ ਨੇ। ਜੇ ਸਬ ਗਰੁੱਪਸ ਨੇ ਤਾਂ ਆਲਰੇਡੀ ਲੈਮਾ ਹੋਲਡ ਹੁੰਦੇ ਹੋਣਗੇ, ਕਿਉਂਕਿ ਲੈਮਾ ਦੇ ਵਿੱਚ ਇਫ ਐਂਡ ਓਨਲੀ ਇਫ ਦੀ ਕੰਡੀਸ਼ਨ ਆ। ਜੇ ਸਬ ਗਰੁੱਪ ਨੇ ਤਾਂ ਪ੍ਰੋਪਰਟੀ ਹੋਲਡ ਹੋਊ, ਜੇ ਪ੍ਰੋਪਰਟੀ ਹੋਲਡ ਹੋਊ ਤਾਂ ਸਬ ਗਰੁੱਪ ਨੇ। ਸੋ ਮੈਂ ਕਹਿ ਸਕਦੀ ਹਾਂ ਕਿ ਇੱਕ ਐਲੀਮੈਂਟ ਐਚ ਦਾ ਅਤੇ ਦੂਸਰਾ ਐਲੀਮੈਂਟ ਐਚ ਦਾ, ਦੈਨ ਬਾਏ ਲੈਮਾ ਸੈਕਿੰਡ ਐਕਸ ਵਾਈ ਦਾ ਇਨਵਰਸ ਕਿਹਨੂੰ ਬਿਲੋਂਗ ਕਰਦਾ ਹੋਏਗਾ, ਐਚ ਨੂੰ। ਜੇ ਕਿਸੇ ਨੂੰ ਕਨਫਿਊਜ਼ਨ ਹੋ ਰਹੀ ਹੈ ਬੱਚੇ ਕਿ ਲੈਮਾ ਕਿਵੇਂ ਯੂਜ਼ ਕੀਤਾ, ਤਾਂ ਪਲੀਜ਼ ਲੈਮਾ ਸੈਕਿੰਡ ਵਾਲੀ ਵੀਡੀਓ ਇੱਕ ਵਾਰੀ ਚੈੱਕ ਕਰ ਲਿਓ, ਉਹਦੇ ਵਿੱਚ ਐਕਸਪਲੇਨ ਕੀਤਾ ਹੋਇਆ ਕਿ ਕਿਸ ਤਰ੍ਹਾਂ ਅਸੀਂ ਰਿਜ਼ਲਟ ਦੇ ਅਕੋਰਡਿੰਗ ਪ੍ਰੂਫ ਕਰ ਸਕਦੇ ਹਾਂ। ਸਿਮਿਲਰ ਕੇ ਆ ਜਿਹੜਾ ਬੱਚੇ, ਉਹ ਵੀ ਸਾਡੇ ਕੋਲ ਸਬ ਗਰੁੱਪ ਆ। ਜੇ ਕੇ ਦੇ ਵਿੱਚ ਦੋ ਐਲੀਮੈਂਟ ਨੇ ਐਕਸ ਅਤੇ ਵਾਈ, ਦੈਨ ਅਸੀਂ ਕਹਾਂਗੇ ਕਿ ਐਕਸ ਵਾਈ ਦਾ ਇਨਵਰਸ ਕਿਹਨੂੰ ਬਿਲੋਂਗ ਕਰਦਾ, ਕੇ ਨੂੰ ਵੀ, ਕਿਉਂਕਿ ਕੇ ਇਟਸੈਲਫ ਸਬ ਗਰੁੱਪ ਆ। ਅਗੇਨ ਕਹਿੰਦਾ ਸੇਮ ਐਲੀਮੈਂਟ ਐਕਸ ਵਾਈ ਦਾ ਇਨਵਰਸ ਐਚ ਦੇ ਵਿੱਚ ਵੀ ਆ, ਕੇ ਦੇ ਵਿੱਚ ਵੀ ਆ। ਇਸ ਦਾ ਮਤਲਬ ਉਹਨਾਂ ਦੀ ਇੰਟਰਸੈਕਸ਼ਨ 'ਚ ਵੀ ਹੋਏਗਾ। ਜੇ ਇੰਟਰਸੈਕਸ਼ਨ ਦੇ ਵਿੱਚ ਵੀ ਚਲਿਆ ਗਿਆ ਤਾਂ ਇਹੀ ਤਾਂ ਪ੍ਰੂਫ ਕਰਨਾ ਸੀ ਕਿ ਜੇਕਰ ਐਕਸ ਵਾਈ ਦਾ ਇਨਵਰਸ ਕਿਸੇ ਇੰਟਰਸੈਕਸ਼ਨ ਨੂੰ ਆ ਤਾਂ ਜਿਹੜੇ ਨੂੰ ਬਿਲੋਂਗ ਕਰ ਰਿਹਾ ਉਹ ਸਬਸੈਟ ਕੀ ਬਣ ਜਾਂਦਾ, ਸਬ ਗਰੁੱਪ ਬਣ ਜਾਂਦਾ। ਸੋ ਇੰਟਰਸੈਕਸ਼ਨ ਸਾਡੇ ਕੋਲ ਕੀ ਹੋਗੀ, ਸਬ ਗਰੁੱਪ ਹੋਗੀ। ਸੋ ਇਹ ਬਹੁਤ ਈਜ਼ੀ ਪ੍ਰੂਫ ਆ ਬੱਚੇ, ਬਹੁਤ ਹੀ ਇਹ ਕਹਿ ਸਕਦੇ ਹਾਂ ਕਿ ਜੇ ਤੁਸੀਂ ਮਾਰਕਸ ਗੇਨ ਕਰਨੇ ਆ ਤਾਂ ਬਹੁਤ ਹੀ ਵਧੀਆ ਸੌਖੇ ਤਰੀਕੇ ਦੇ ਨਾਲ ਅਸੀਂ ਸੋਲਵ ਕਰ ਦਿੰਦੇ ਹਾਂ ਕਿ ਸਬ ਗਰੁੱਪ ਹੈ ਜਾਂ ਸਾਡੇ ਕੋਲ ਨਹੀਂ। ਬਟ ਮੇਨ ਟ੍ਰਿਕੀ ਕੰਮ ਕੀ ਆ, ਹੁਣ ਸਟੂਡੈਂਟਸ ਨੇ ਇਹ ਤਾਂ ਦੇਖ ਲਿਆ, ਠੀਕ ਹੈ ਜੀ, ਇੰਟਰਸੈਕਸ਼ਨ ਵਾਲਾ ਤਾਂ ਈਜ਼ੀ ਸੀਗਾ, ਬਸ ਇਹਦੇ ਵਿੱਚ ਕੀ ਅਸੀਂ ਲੈਮਾ ਲਗਾਉਣੇ ਆ, ਰਿਜ਼ਲਟ ਹੋ ਗਿਆ। ਹੁਣ ਕੁਐਸਚਨ ਪਾਉਂਦੇ ਕਿਵੇਂ ਆ, ਹੁਣ ਜੇ ਉੱਥੇ ਕੁਐਸਚਨ ਦੇ ਵਿੱਚ ਲਿਖਿਆ ਹੋਇਆ ਕਹਿੰਦੇ ਐਚ ਇਫ ਐਚ ਐਂਡ ਕੇ ਆਰ ਦ ਟੂ ਸਬ ਗਰੁੱਪ ਆਫ ਅ ਗਰੁੱਪ ਜੀ, ਦੈਨ ਇਟਸ ਇੰਟਰਸੈਕਸ਼ਨ ਇਜ਼ ਅ ਸਬ ਗਰੁੱਪ ਔਰ ਨਾਟ, ਪਿੱਛੇ ਕੁਐਸਚਨ ਮਾਰਕ। ਫਿਰ ਉਸ ਤੋਂ ਬਾਅਦ ਅਗਲਾ ਹੀ ਕੁਐਸਚਨ ਇਹਦੇ ਨਾਲ ਲਿਖਿਆ ਹੋਏਗਾ ਕਿ ਇਹਦੀ ਯੂਨੀਅਨ ਵੀ ਇੱਕ ਸਬ ਗਰੁੱਪ ਹੋਏਗੀ ਜਾਂ ਨਹੀਂ। ਐਂਡ ਜਸਟੀਫਾਈ ਯੂਅਰ ਆਨਸਰ, ਕਿ ਆਪਣਾ ਆਨਸਰ ਵੀ ਜਸਟੀਫਾਈ ਕਰੋ ਕਿ ਇੰਟਰਸੈਕਸ਼ਨ ਤਾਂ ਠੀਕ ਹੈ, ਚਲੋ ਤੁਸੀਂ ਪ੍ਰੂਫ ਕਰਾਤਾ ਕਿ ਇਹ ਸਬ ਗਰੁੱਪ ਹੈ, ਇਹਦਾ ਪ੍ਰੂਫ ਇੱਥੋਂ ਲੈ ਲਓਗੇ, ਬਟ ਕੀ ਯੂਨੀਅਨ ਵੀ ਸਬ ਗਰੁੱਪ ਹੋਏਗੀ ਜਾਂ ਨਹੀਂ। ਸੋਚ ਕੇ ਦੇਖੋ, ਕਹਿੰਦਾ ਮੈਂ ਕਹਿ ਰਹੀ ਹਾਂ ਕਿ ਐਚ ਅਤੇ ਕੇ ਕੋਈ ਦੋ ਸਬ ਗਰੁੱਪਸ ਨੇ, ਕੀ ਇਹਨਾਂ ਦੀ ਯੂਨੀਅਨ ਵੀ ਸਬ ਗਰੁੱਪ ਹੋਏਗੀ। ਫਿਰ ਕਈ ਬੱਚੇ ਕੀ ਕਰਦੇ ਆ ਨਾ, ਬਹੁਤ ਧੱਕੇ ਦੇ ਨਾਲ ਇਹੀ ਚੀਜ਼ ਪ੍ਰੂਫ ਕਰਾਉਣ ਲੱਗ ਜਾਂਦੇ ਆ ਕਿ ਜਿਵੇਂ ਆਹ ਕੀਤਾ ਹੋਇਆ ਨਾ ਕਿ ਐਚ ਅਤੇ ਵਾਈ ਦੋ ਐਲੀਮੈਂਟ ਲੈ ਇੰਟਰਸੈਕਸ਼ਨ ਨੂੰ ਬਿਲੋਂਗ ਕਰਦੇ ਆ, ਜਿਵੇਂ ਇੱਥੇ ਇੰਟਰਸੈਕਸ਼ਨ ਸੀ ਉਹਦੀ ਥਾਂ 'ਤੇ ਯੂਨੀਅਨ ਲਿਖ ਲੈਣਗੇ। ਜੇ ਯੂਨੀਅਨ ਆ ਤਾਂ ਪੱਕਾ ਕਹਿ ਦੇਣਗੇ ਕਿ ਐਕਸ ਵਾਈ ਐਚ ਨੂੰ ਬਿਲੋਂਗ ਕਰਦਾ, ਐਕਸ ਵਾਈ ਕੇ ਨੂੰ ਬਿਲੋਂਗ ਕਰਦਾ। ਦੈਨ ਬਸ ਕਰ ਦੇਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਲੌਜਿਕ ਨਹੀਂ ਸੋਚਣਗੇ ਕਿ ਯੂਨੀਅਨ ਕਿਵੇਂ, ਯੂਨੀਅਨ ਕੀ ਹੁੰਦਾ ਬੱਚੇ, ਔਰ ਹੁਣ ਇਹਦੇ ਵਿੱਚ ਕੋਈ ਕੰਪਲਸ਼ਨ ਨਹੀਂ ਹੁੰਦੀ ਕਿ ਦੋਨੋਂ ਐਲੀਮੈਂਟ ਐਚ 'ਚ ਵੀ ਹੋਣਗੇ ਅਤੇ ਕੇ ਦੇ ਵਿੱਚ ਵੀ ਹੋਣਗੇ। ਇੱਥੇ ਹੁੰਦਾ ਜਾਂ ਐਚ 'ਚ ਹੋ ਸਕਦੇ ਆ ਜਾਂ ਕੇ 'ਚ ਹੋ ਸਕਦੇ ਆ, ਠੀਕ। ਕੋਈ ਕੰਪਲਸ਼ਨ ਨਹੀਂ ਕਿ ਦੋਨਾਂ 'ਚ ਹੋਣਗੇ। ਜਦੋਂ ਦੋਨਾਂ ਦੀ ਕੋਈ ਕੰਪਲਸ਼ਨ ਹੀ ਨਹੀਂ ਹੈਗੀ, ਫਿਰ ਤੁਸੀਂ ਆਹ ਰਿਜ਼ਲਟ ਕਿਵੇਂ ਅਪਲਾਈ ਕਰੋਗੇ ਕਿ ਇਹ ਐਕਸ ਵਾਈ ਦਾ ਇਨਵਰਸ ਐਚ ਦੇ ਵਿੱਚ ਵੀ ਆ, ਕੇ ਦੇ ਵਿੱਚ ਵੀ ਆ, ਦੈਨ ਦੋਨਾਂ ਦੇ ਵਿੱਚ ਹੋਊਗਾ। ਤਾਂ ਇਹ ਕੋਈ ਇੱਥੇ ਤੁਸੀਂ ਜਸਟੀਫਾਈ ਨਹੀਂ ਕਰ ਪਾਓਗੇ। ਫਿਰ ਜੇ ਇੱਥੇ ਇਹ ਕੰਡੀਸ਼ਨ ਹੈ ਨਹੀਂ ਔਰ ਆ ਮੀਨਸ ਜਾਂ ਵੀ ਹਾਂ ਜਾਂ ਪਹਿਲੇ ਦੇ ਵਿੱਚ ਹੋ ਜਾਂ ਦੂਸਰੇ 'ਚ ਕੋਈ ਪ੍ਰੋਪਰ ਸਾਡੇ ਕੋਲ ਪ੍ਰੂਫ ਨਹੀਂ ਬਣਦਾ, ਫਿਰ ਸਾਨੂੰ ਉੱਥੇ ਪ੍ਰੂਫ ਕਰਨਾ ਪੈਂਦਾ ਬਾਏ ਐਗਜ਼ਾਮਪਲ। ਜਦੋਂ ਸਾਡੇ ਕੋਲ ਅਸੀਂ ਆਹ ਚੀਜ਼ ਜੋ ਸਟੈਪਸ ਨੇ, ਜੋ ਐਗਜ਼ੀਮਸ ਨੇ, ਉਹਨੂੰ ਫੋਲੋ ਨਾ ਕਰ ਪਾਈਏ, ਫਿਰ ਸਾਨੂੰ ਇੱਕ ਇਹੋ ਜਿਹੀ ਐਗਜ਼ਾਮਪਲ ਲੈਣੀ ਪਊਗੀ ਜਿਹਦੇ ਨਾਲ ਅਸੀਂ ਇਹਦੇ ਨਾਲ ਕੰਟਰਾਡਿਕਟ ਕਰ ਦਈਏ, ਕਾਊਂਟਰ ਐਗਜ਼ਾਮਪਲ ਕਹਿ ਸਕਦੇ ਹਾਂ ਜਿਹਨੂੰ। ਸੋ ਹੁਣ ਅਸੀਂ ਇੱਕ ਐਗਜ਼ਾਮਪਲ ਦੇਖਾਂਗੇ ਜਿਹਦੇ ਨਾਲ ਪ੍ਰੂਫ ਕਰ ਸਕੀਏ ਕਿ ਯੂਨੀਅਨ ਵੀ ਸਾਡੇ ਕੋਲ ਸਬ ਗਰੁੱਪ ਹੁੰਦੀ ਆ ਜਾਂ ਨਹੀਂ। ਦੇਖੋ ਮੈਂ ਲਿਆ ਜ਼ੈਡ ਗਰੁੱਪ ਹੈ, ਸੈਟ ਆਫ ਐਂਟੀਜ਼ਰ ਅੰਡਰ, ਤੁਸੀਂ ਲੈ ਸਕਦੇ ਹੋ ਮਲਟੀਪਲਾਈ, ਅੰਡਰ ਮਲਟੀਪਲਾਈ ਗਰੁੱਪ ਹੁੰਦਾ ਨਹੀਂ, ਸਾਡੇ ਕੋਲ ਅੰਡਰ ਐਡੀਸ਼ਨ ਸੈਟ ਆਫ ਐਂਟੀਜ਼ਰ ਗਰੁੱਪ ਆ ਨਾ। ਸੋ ਮੈਂ ਇਹ ਲਿਆ ਬੱਚੇ ਜ਼ੈਡ ਗਰੁੱਪ ਲੈ ਲਿਆ, ਸੈਟ ਆਫ ਐਂਟੀਜ਼ਰ ਅੰਡਰ ਐਡੀਸ਼ਨ। ਹੁਣ ਇਹਦੇ ਦੋ ਸਬ ਗਰੁੱਪਸ ਲੈਣੇ ਆ। ਦੇਖੋ ਸਬ ਗਰੁੱਪ ਦੀ ਜਿਸ ਦਿਨ ਡੈਫੀਨੇਸ਼ਨ ਕੀਤੀ ਆ, ਅਸੀਂ ਉਸ ਦਿਨ ਵੀ ਕਿਹਾ ਕਿ ਅੰਡਰ ਐਡੀਸ਼ਨ ਹੀ ਸਾਨੂੰ ਚਾਹੀਦਾ, ਜੋ ਸਬ ਗਰੁੱਪ ਦੇ ਵਿੱਚ ਗਰੁੱਪ ਦਾ ਜਿਹੜਾ ਆਪਰੇਸ਼ਨ ਆ ਉਹਦੇ ਅੰਦਰ ਹੀ ਅਸੀਂ ਸਬ ਗਰੁੱਪ ਦੇਖਾਂਗੇ। ਸੋ ਇਹਦੇ ਮੈਂ ਦੋ ਸਬ ਗਰੁੱਪ ਲੈ, ਇੱਕ ਤਾਂ ਲਿਆ 2Z, ਇੱਕ ਹੋਇਆ ਬੱਚੇ 3Z।
2z ਤੇ 3z ਦਾ ਮਤਲਬ ਇੱਕ ਵਿੱਚ 2 ਦੇ ਮਲਟੀਪਲ 2 ਦੇ ਜਿੰਨੇ ਵੀ ਸਾਡੇ ਕੋਲ ਹੈਗੇ ਆ 0 +-2 +-4 +-6 +- ਅਪ ਟੂ ਸੋ ਔਨ। ਅੱਗੇ ਲਿਆ 3z ਦੇ ਵਿੱਚ ਹੈਗਾ ਜੀ 0 +-3 +-6 +-9 ਅਪ ਟੂ ਸੋ ਔਨ। ਸੋ 2z ਤੇ 3z ਦਾ ਮੀਨਿੰਗ ਇਹ ਹੈ ਕਿ ਇਹਦੇ ਵਿੱਚ ਇਹ ਐਲੀਮੈਂਟ ਨੇ। ਦੈਨ ਦੇਖੋ ਜਿਹੜਾ ਇਹ 2z ਤੇ 3z ਆ ਬੱਚੋ ਇੱਕ ਪੱਕਾ ਜੀ ਸਬ ਗਰੁੱਪ ਹੈਗੇ ਨੇ। ਹੁਣ ਇਹ ਵੀ ਜਦੋਂ ਤੁਸੀਂ ਸਬ ਗਰੁੱਪ ਦੀ ਡੈਫੀਨੇਸ਼ਨ ਦੇਖੋਗੇ ਉਹਦੇ ਨਾਲ ਹੀ ਐਗਜ਼ਾਮਪਲ ਪਈ ਆ ਕਿ ਜਦੋਂ ਕੋਈ z ਲੈਂਦੇ ਆ ਤਾਂ NZ ਜਿਹੜਾ ਵੀ ਹੋ n ਦੀ ਥਾਂ 'ਤੇ ਕੋਈ ਵੀ ਇੰਟੀਜ਼ਰ ਹੋ ਸਕਦਾ, NZ ਹਮੇਸ਼ਾ ਸਬ ਗਰੁੱਪ ਹੋਏਗਾ ਕਿਹਦਾ z ਦਾ। ਦੈਨ ਇਹ ਦੋਨੋਂ ਸਬ ਗਰੁੱਪ ਨੇ, ਇਹਨੂੰ ਇੱਕ ਨੂੰ H ਲੈ ਲਿਆ ਅਤੇ ਦੂਸਰਾ ਸਾਡੇ ਕੋਲ K ਆ। 2z ਮੰਨ ਲਓ H ਆ ਅਤੇ 3z ਸਾਡੇ ਕੋਲ K ਆ। ਦੋਨੋਂ ਕੀ ਨੇ ਇਹ ਸਬ ਗਰੁੱਪਸ ਨੇ। ਕੀ ਇਹਨਾਂ ਦੀ ਯੂਨੀਅਨ ਹੁਣ 2z ਅਤੇ ਯੂਨੀਅਨ 3z ਬੱਚੇ 2z ਅਤੇ 3z ਦੀ ਯੂਨੀਅਨ ਕਰੋਗੇ ਜੋ ਸਾਰੇ ਐਲੀਮੈਂਟਸ ਨੇ ਮਿਲਾ ਕੇ ਲਿਖ ਦੋਗੇ +-2 +-3 +-4 +-6 +-9 ਅਪ ਟੂ ਸੋ ਔਨ। ਸਾਰੇ ਐਲੀਮੈਂਟਸ ਨੂੰ ਕੰਬਾਈਨ ਕਰਕੇ ਲਿਖਤਾ। ਕਹਿੰਦੇ ਜਿਹੜੇ ਇਹ ਹੁਣ ਸਾਡੇ ਕੋਲ ਸੈੱਟ ਬਣਿਆ ਕੀ ਇਹ ਸਾਡੇ ਕੋਲ ਸਬ ਗਰੁੱਪ ਹੈ ਜਾਂ ਫਿਰ ਨਹੀਂ। ਹੁਣ ਇਹ ਚੈੱਕ ਕਰਨਾ। ਦੇਖੋ ਕੋਈ ਵੀ 2 ਐਲੀਮੈਂਟ ਲੈ ਲਓ ਬੱਚੇ, ਮੈਂ ਬਹੁਤ ਦੂਰ ਨਹੀਂ ਜਾਊਂਗੀ, ਮੈਂ ਸਿਰਫ 2 ਪਿਕ ਕੀਤਾ ਅਤੇ 3 ਦੋਨਾਂ ਹੀ ਪੋਜ਼ੀਟਿਵ ਲੈਣੇ। ਇੱਕ ਐਲੀਮੈਂਟ 2 ਲਿਆ, ਇੱਕ 3 ਲਿਆ। ਪਹਿਲਾ ਹੀ ਪ੍ਰੋਪਰਟੀ ਕੀ ਆ ਕਲੋਜ਼ਰ, ਕਿ ਦੋਹਾਂ ਨੂੰ ਐਡ ਕਰਾਂ ਸਬਟਰੈਕਟ ਕਰਾਂ ਆਨਸਰ ਉਹਦੇ ਵਿੱਚ ਹੀ ਪਿਆ ਹੋਣਾ ਚਾਹੀਦਾ। ਹੁਣ 2 ਅਤੇ 3 2 ਐਲੀਮੈਂਟ ਮੈਂ ਦੋਹਾਂ ਨੂੰ ਐਡ ਕਰੂੰਗੀ, ਕਿੰਨਾ ਆਨਸਰ ਆਊਗਾ 5। ਕੀ ਆਹ ਜਿਹੜਾ ਯੂਨੀਅਨ ਦਾ ਸੈੱਟ ਬਣਿਆ ਇਹ 'ਚ ਕਿਤੇ 5 ਹੈ? ਨਹੀਂ। ਮੈਂ ਦੋਹਾਂ ਨੂੰ ਸਬਟਰੈਕਟ ਕੀਤਾ ਬੱਚੇ, ਸਬਟਰੈਕਟ ਤਾਂ ਵੈਸੇ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਆਪਰੇਸ਼ਨ ਆ ਉਹੀ ਸਾਡੇ ਅਸੀਂ ਅਪਲਾਈ ਕਰਾਂਗੇ। ਜਿਵੇਂ ਹੁਣ ਅੰਡਰ ਐਡੀਸ਼ਨ ਆ ਤਾਂ ਅੰਡਰ ਐਡੀਸ਼ਨ ਹੀ ਅਸੀਂ ਚੈੱਕ ਕਰਾਂਗੇ। ਸੋ ਅਸੀਂ ਐਡ ਕੀਤਾ। ਮੰਨ ਲਓ ਮੈਂ ਐਲੀਮੈਂਟ ਹੀ ਐ ਲੈ ਲਾਂ ਕਿ ਇੱਕ -2 ਆ ਅਤੇ ਦੂਸਰਾ 3 ਆ, ਕਿਉਂਕਿ ਇਹ ਤਾਂ ਐਲੀਮੈਂਟ ਨੇ, ਐਲੀਮੈਂਟ ਜਿਹੜੇ ਮਰਜ਼ੀ ਹੋਈਏ ਅਸੀਂ ਸੈੱਟ 'ਚ ਲਈਏ ਉਹਨਾਂ ਦੋ ਆਪਰੇਸ਼ਨ ਅਪਲਾਈ ਕਰਨ ਤੋਂ ਬਾਅਦ ਆਨਸਰ ਉਹਦੇ ਵਿੱਚ ਹੀ ਹੋਣਾ ਚਾਹੀਦਾ। ਮੈਂ -2 ਲਿਆ ਅਤੇ 3 ਲਿਆ, -2 ਅਤੇ 3 ਨੂੰ ਐਡ ਕੀਤਾ, -2 + 3 ਕਿੰਨਾ ਹੋ ਗਿਆ 1। ਕੀ 1 ਇਸ ਸੈੱਟ 'ਚ ਹੈ ਯੂਨੀਅਨ ਸੈੱਟ ਦੇ ਵਿੱਚ? ਨਹੀਂ। ਇਸ ਦਾ ਮਤਲਬ ਕਲੋਜ਼ਰ ਪ੍ਰੋਪਰਟੀ ਹੀ ਹੋਲਡ ਨਹੀਂ ਹੋ ਰਹੀ। ਜੇ ਕਲੋਜ਼ਰ ਪ੍ਰੋਪਰਟੀ ਹੋਲਡ ਨਹੀਂ ਹੋ ਰਹੀ ਤਾਂ ਇਸ ਦਾ ਮਤਲਬ ਇਹ ਸਬ ਗਰੁੱਪ ਨਹੀਂ ਬਣ ਸਕਦਾ। ਤਾਂ ਇੱਥੇ ਸਾਨੂੰ ਕਾਊਂਟਰ ਐਗਜ਼ਾਮਪਲ ਮਿਲ ਗਈ ਕਿ ਜ਼ਰੂਰੀ ਨਹੀਂ ਕਿ 2 ਸਬ ਗਰੁੱਪਸ ਦੀ ਯੂਨੀਅਨ ਵੀ ਇੱਕ ਸਬ ਗਰੁੱਪ ਹੋਵੇ। ਸੋ ਜੇ ਤੁਹਾਨੂੰ ਕੁਐਸਚਨ ਆਉਂਦਾ ਇਜ਼ ਦ ਯੂਨੀਅਨ ਆਫ ਐਨੀ 2 ਸਬ ਗਰੁੱਪ ਇਜ਼ ਆਲਵੇਜ਼ ਅ ਸਬ ਗਰੁੱਪ ਤਾਂ ਤੁਸੀਂ ਆਨਸਰ ਲਿਖੋਗੇ ਨੋ। ਫਿਰ ਉਸ ਤੋਂ ਬਾਅਦ ਆਪਣੀ ਕਾਊਂਟਰ ਐਗਜ਼ਾਮਪਲ ਦੋਗੇ। ਕਾਊਂਟਰ ਐਗਜ਼ਾਮਪਲ ਦੇ ਹੀ ਮਾਰਕਸ ਨੇ ਬੱਚੇ। ਚਾਹੇ ਹੁਣ ਇਹਦੇ ਵਿੱਚ ਬੁੱਕ 'ਚ ਦੇਖੋਗੇ ਤੁਹਾਨੂੰ 4 ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, 4ਾਂ ਦੇ ਵਿੱਚੋਂ ਤੁਸੀਂ ਇੱਕ ਯਾਦ ਰੱਖਣੀ ਹੈ। ਇੱਕ ਯਾਦ ਕੀ ਇੱਕ ਸਮਝਣੀ ਆ, ਜਿਹੜੀ ਤੁਹਾਨੂੰ ਸਭ ਤੋਂ ਈਜ਼ੀ ਲੱਗਦੀ ਆ ਜਾਂ ਤੁਹਾਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਕਲੀਅਰ ਹੋ ਰਹੀ ਹੈ ਤੁਸੀਂ ਉਹ ਐਗਜ਼ਾਮਪਲ ਨੂੰ ਪੱਕਾ ਕਰ ਲਓਗੇ ਕਿ ਹਾਂਜੀ ਇਹ ਕੁਐਸਚਨ ਆਇਆ ਤਾਂ ਇਹਦੇ ਨਾਲ ਅਸੀਂ ਇਹ ਐਗਜ਼ਾਮਪਲ ਸੈੱਟ ਦੇਣੀ ਹੈ। ਸੋ ਇਹ ਸੀ ਅੱਜ ਦਾ ਲੈਕਚਰ ਜਿਹਦੇ ਵਿੱਚ ਅਸੀਂ ਨੈਕਸਟ ਥਿਓਰਮ ਅਤੇ ਇੱਕ ਉਹਦੇ ਨਾਲ ਦੀ ਐਗਜ਼ਾਮਪਲ ਦੇ ਨਾਲ ਜੋ ਵੀ ਰਿਜ਼ਲਟ ਅਸੀਂ ਪ੍ਰੂਵ ਕਰ ਸਕਦੇ ਸੀ ਉਹ ਦੇਖਿਆ। ਸੋ ਨੈਕਸਟ ਲੈਕਚਰ ਦੇ ਵਿੱਚ ਅਸੀਂ ਦੇਖਾਂਗੇ ਨੈਕਸਟ ਥਿਓਰਮ। ਇਹ ਵੀ ਬਹੁਤ ਇੰਪੋਰਟੈਂਟ ਥਿਓਰਮ ਆ ਬੱਚੇ। ਅਗੇਨ ਮੈਂ ਇਹੀ ਕਹੂੰਗੀ ਮੈਂ ਸਿਰਫ ਇੰਪੋਰਟੈਂਟ ਥਿਓਰਮਸ ਨੂੰ ਹੀ ਕਵਰ ਅਪ ਕਰ ਰਹੀ ਹਾਂ। ਇਹ ਥਿਓਰਮ ਆ ਕੀ ਕਹਿੰਦੇ ਯੂਨੀਅਨ ਆਫ 2 ਸਬ ਗਰੁੱਪ। ਹੁਣ ਦੇਖੋ ਅਸੀਂ ਪ੍ਰੂਫ ਕੀ ਕੀਤਾ ਕਿ ਯੂਨੀਅਨ ਆ ਜਿਹੜੀ ਉਹ ਸਬ ਗਰੁੱਪ ਨਹੀਂ ਹੁੰਦੀ, ਬਟ ਜੇ ਅਸੀਂ ਉਹਦੇ ਨਾਲ ਕੋਈ ਕੰਡੀਸ਼ਨ ਲਾ ਦਈਏ। ਹੁਣ ਜਿਵੇਂ ਮੈਂ ਕਹਾਂ ਕਿ ਨਹੀਂ ਜੀ ਆਹ ਕੰਮ ਤਾਂ ਹੋ ਹੀ ਨਹੀਂ ਸਕਦਾ, ਬਟ ਫਿਰ ਮੈਂ ਕਹਾਂ ਇਹਦੇ ਨਾਲ ਕੰਡੀਸ਼ਨ ਅੱਛਾ ਪੈਸੇ ਲੈ ਲਓ ਫਿਰ ਹੋ ਜਾਊਗਾ। ਇਸ ਦਾ ਮਤਲਬ ਕੋਈ ਕੰਡੀਸ਼ਨ ਲਾਤੀ ਫਿਰ ਉਹਦੇ ਨਾਲ ਅਸੀਂ ਨੇ ਪ੍ਰੂਫ ਕਰਨਾ। ਸੋ ਜੇ ਯੂਨੀਅਨ ਨੂੰ ਅਸੀਂ ਪ੍ਰੂਫ ਕਰਵਾਉਣਾ ਚਾਹੁੰਦੇ ਹਾਂ ਕਿ 2 ਸਬ ਗਰੁੱਪ ਦੀ ਯੂਨੀਅਨ ਵੀ ਇੱਕ ਸਬ ਗਰੁੱਪ ਹੋਊਗੀ ਤਾਂ ਉਹਦੇ ਨਾਲ ਕੀ ਲਗਾ ਦਿਓ ਸਮ ਕੰਡੀਸ਼ਨ ਕਿ ਜੇਕਰ ਦੋਹਾਂ ਦੇ ਵਿੱਚੋਂ ਇੱਕ ਦੂਸਰੇ 'ਚੋਂ ਕੰਟੇਨ ਕਰਦੇ ਨੇ ਜਾਂ ਤਾਂ HK 'ਚ ਕੰਟੇਨ ਕਰਦਾ ਜਾਂ KH 'ਚ ਕੰਟੇਨ ਕਰਦਾ ਦੈਨ ਉਹ ਕੀ ਹੋ ਜਾਣਗੇ ਦੋਨਾਂ ਦੀ ਯੂਨੀਅਨ ਵੀ ਸਬ ਗਰੁੱਪ ਹੋ ਜਾਊਗੀ ਕਹਿੰਦੇ। ਸੋ ਇਹ ਨੈਕਸਟ ਥਿਓਰਮ ਹੋਏਗੀ, ਇਹਦਾ ਵੀ ਇੰਪੋਰਟੈਂਟ ਹੋਏਗਾ। ਸੋ ਥੈਂਕ ਯੂ ਫॉर ਵਾਚਿੰਗ। ਆਈ ਹੋਪ ਕਲੀਅਰ ਹੋਇਆ ਹੋਏਗਾ। ਨਹੀਂ ਕੁਝ ਕਲੀਅਰ ਹੁੰਦਾ ਬੱਚੇ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ